ਇੱਕ ਸੇ ਚੋਪੜੀ ਦੀਆਂ ਤੋਂ ਦੋ 16 ਦੀ ਵੀ ਤੇ ਨਾਲ ਤੁਹਾਨੂੰ ਭਾਰੀ ਵੀ। ਮੈਂ ਡੀਸੀ ਸਾਹਿਬ ਨੂੰ ਐ ਨਹੀਂ ਕਹਾਂਗਾ ਕਿ ਮੇਰੇ ਨਾਲ ਮੈਂ ਤੁਹਾਨੂੰ ਤੇ ਨਹੀਂ ਦਾਅ ਤੇ ਲਾਣਾ। ਵਜ਼ੀਰ ਆਜ਼ਮ ਚੋਰ ਹੈ, ਵਜ਼ੀਰ ਅੱਲਾ ਚੋਰ है। मैं पे गल करना पिया सब्जियां दे रेटां नूं सब डिप्टी कमिश्नर सियालकोट अपने फराइज दा नहीं पता। अस्सलाम वालेकुम जी, आप देख रहे हैं वॉइस ऑफ सियालकोट और मैं हूं नदीम गौरी। भाई पंजाबी च गल करनी है, ए स्यापा उर्दू च नहीं मेरे नाल लाना, पंजाबी च। अच्छा अस्सलाम वालेकुम जी, ਤੁਸੀਂ ਵੇਖ ਰਹੇ ਹੋ ਵੌਇਸ ਆਫ ਸਿਆਲਕੋਟ ਤੇ ਮੈਂ ਹਾਂ ਨਦੀਮ ਗੌਰੀ ਅਤੇ ਮੇਰੇ ਨਾਲ ਨੇ ਸਿਆਪਾ ਕਰਨ ਵਾਸਤੇ ਇਸ ਟਾਈਮ ਅਸੀਂ ਆਪਣੇ ਪ੍ਰੋਗਰਾਮ ਦਾ ਨਾਂ ਰੱਖ ਛੜਿਆ ਹੈਗਾ ਪਿੱਟ ਸਿਆਪਾ, ਜੋ ਕਿ ਆਵਾਮ ਬਹੁਤ ਜ਼ਿਆਦਾ ਪਿੱਟਦੀ ਹੈ, ਕਦੀ ਮਹਿੰਗਾਈ ਦੇ ਉੱਤੋਂ, ਕਦੀ ਕਿਸੇ ਸ਼ੈ ਦੇ ਉੱਤੋਂ, ਅਤੇ ਉਹਦਾ ਸਿਆਪਾ ਅਸੀਂ ਇੱਥੇ ਕਰਾਂਗੇ। ਅਤੇ ਮੇਰੇ ਨਾਲ ਬਿਲਾਲ ਖਾਨ ਮੌਜੂਦ ਨੇ, ਮੇਰੇ ਨਾਲ ਅੰਜਮ ਨਕਵੀ ਸਾਹਿਬ ਮੌਜੂਦ ਨੇ। ਸਾਡਾ ਤੇ ਮਕਸਦ ਇਹ ਵੇ ਕਿ ਜਿਹੜੀ ਆਵਾਮ ਨੂੰ ਜਿਹੜੇ ਸਿਆਪੇ ਭੇਜਦੇ ਨੇ ਅਸੀਂ ਉਹਨਾਂ ਦਾ ਸਿਆਪਾ ਕਰੀਏ। ਅਸੀਂ ਈਦ ਦੇ ਉੱਪਰ ਸਭ ਤੋਂ ਵੱਡਾ ਸਿਆਪਾ ਐਸਐਮ ਕੀ ਪਿਆਰ ਹੈ। ਕੀ ਹੈ ਸਰ? ਸਭ ਤੋਂ ਵੱਡਾ ਸਿਆਪਾ ਮਹਿੰਗਾਈ, ਜ਼ਾਮੀਆਂ ਤੇ ਭਾਜ ਬਾਹਰ ਹੀ ਨਹੀਂ ਹਰ ਲਿਹਾਜ਼ ਸਿਆਪਾ ਪਿਆਦਾ ਹੈ ਕਿ ਭਾਈ ਜੀ ਪਿਆਜ਼ ਮਹਿੰਗੇ ਹੋ ਗਏ, ਟਮਾਟਰ ਮਹਿੰਗੇ ਹੋ ਗਏ, ਲਸਣ ਮਹਿੰਗਾ ਹੋ ਗਿਆ, ਹਰ ਚੀਜ਼ ਮਹਿੰਗੀ ਹੋ ਗਈ, ਈਦ ਦੇ ਉੱਪਰ ਮਸਾਲਾ ਮਹਿੰਗਾ ਹੋ ਗਿਆ। ਅੱਜ ਪਹਿਲੀ ਦਫਾ ਹੋਇਆ। ਤੁਸੀਂ ਐਸੇ ਮਾਰਕੀਟ ਚਲੇ ਜਾਓ, ਹਰ ਚੀਜ਼ ਦਾ ਰੇਟ ਡਬਲ ਹੋ ਗਿਆ ਹੋਵੇਗਾ। ਤੁਸੀਂ ਗਲੀ ਮਹੱਲੇ ਦੇ ਦੁਕਾਨਦਾਰਾਂ ਕੋਲ ਚਲੇ ਜਾਓ, ਦੁਕਾਨਦਾਰ ਸਿੱਧੇ ਮੁਕਾਬਲੇ ਨਹੀਂ ਕਰਦੇ। ਹਰ ਚੀਜ਼ ਮਹਿੰਗੀ ਹੈ। ਇਸ ਤਰ੍ਹਾਂ ਜਦੋਂ ਵੀ ਤਿਉਹਾਰ ਜਿਹੜਾ ਕੋਈ ਪਾਕਿਸਤਾਨ ਦੇ ਵਿੱਚ ਸੁਣ ਲਵਾਂ, ਇਹਨਾਂ ਦਾ ਸਿਆਪਾ ਸੁਣ ਲਈਏ। ਪਾਕਿਸਤਾਨ ਦੇ ਵਿੱਚ ਜਿਹੜਾ ਵੀ ਤਿਉਹਾਰ ਆਉਂਦਾ ਇੰਜ ਹੀ ਹੁੰਦਾ ਵੇ, ਇਹ ਪ੍ਰਾਈਸ ਜਿਹੜੀ ਹੈ ਨਾ ਡਬਲ ਹੋ ਜਾਂਦੀ ਨੇ ਹਰ ਚੀਜ਼ ਦੀਆਂ। ਜਿਹੜੇ ਕੀਮਤਾਂ ਕੰਟਰੋਲ ਕਰਨ ਵਾਲੇ ਆ ਮੈਜਿਸਟਰੇਟ ਕਿੱਥੇ ਗਏ ਨੇ? ਸਰ ਸਾਡੇ ਕੋਲ ਪ੍ਰਾਈਸ ਕੰਟਰੋਲ ਮੈਜਿਸਟਰੇਟ ਹੈ ਕਿਤੇ? ਉਹ ਕਿੱਥੇ ਗਏ ਨੇ? ਨਹੀਂ ਸਰ, ਉਹ ਕਿਉਂ ਨਹੀਂ ਚੈੱਕ ਪ੍ਰਾਈਸ ਕਰਦੇ? ਕੰਟਰੋਲ ਮੈਜਿਸਟਰੇਟ ਤੇ ਹੈਗੇ ਨੇ ਨਾ। ਇਹ ਖੁਦ ਸਾਥਾ ਜਿਹੜੀ ਉਹ ਗੱਲ ਹੈ ਇੰਨੀ ਸ਼ਦੀਦ ਗਰਮੀ ਦੇ ਵਿੱਚ ਆਵਾਮ ਬਾਹਰ ਸਿਆਪਾ ਕਰੇ, ਉਹ ਏਸੀ ਵਾਲੇ ਕਮਰਿਆਂ ਦੇ ਵਿੱਚ ਆਰਾਮ ਕਰਨ। 2-2 ਕਰੋੜ ਰੁਪਏ ਦੀ ਗੱਡੀ ਦੇ ਵਿੱਚ ਇੱਕ ਏਸੀ ਸਿਰਫ ਰੇਟ ਚੈੱਕ ਕਰਨ ਆਉਂਦਾ ਤੇ ਵੇਖ ਕੇ 500 ਰੁਪਏ ਜੁਰਮਾਨਾ ਕਰਕੇ ਟੁਰ ਜਾਂਦਾ। ਕੈਸੀ ਕੀ ਬਾਤ ਹੈ। ਸਿਆਲਕੋਟ ਦੇ ਪ੍ਰਾਈਸ ਕੰਟਰੋਲ ਮੈਜਿਸਟਰੇਟ ਜਿਹੜੇ ਨੇ ਉਹਨਾਂ ਨੇ ਸਿਰਫ ਕੀਮਤਾਂ ਹੀ ਵੇਖਣੀਆਂ ਨੇ, ਉਹਨਾਂ ਨੂੰ ਹੋਰ ਦੁਨੀਆ ਦੇ ਕੋਈ ਕੰਮ ਨਹੀਂ। ਅੱਛਾ, ਕੀ ਕੰਮ ਆਵਾਮ ਵਾਸਤੇ ਕੰਮ ਕਰਦੇ ਨੇ। ਪ੍ਰਾਈਸ ਕੰਟਰੋਲ ਮੈਜਿਸਟਰੇਟ ਦਾ ਮਤਲਬ ਹੈ ਕਿ ਉਹ ਤਹਿਸੀਲਦਾਰ ਜਿਹੜਾ ਇੱਕ ਤਹਿਸੀਲਦਾਰ ਨੂੰ ਪ੍ਰਾਈਸ ਕੰਟਰੋਲ ਮੈਜਿਸਟਰੇਟ ਦਾ ਇਖਤਿਆਰ ਦੇ ਦਿੱਤਾ ਹੈ, ਉਹ ਹੁਣ ਆਪਣੀ ਤਹਿਸੀਲਦਾਰੀ ਭੁਗਤਾਏ ਜਾਂ ਜਾ ਕੇ ਮੰਡੀਆਂ ਦੇ ਵਿੱਚ ਰੇਟ ਬਣਾਏ। ਤੇ ਫਿਰ ਆਵਾਮ ਐ ਜਿਸੇ ਆਪਾਂ ਕਰਦੇ ਰਹਿਣਗੇ, ਪਿੱਟਦੇ ਰਹਿਣਗੇ, ਹੋਰ ਕੀ ਕਰਨਗੇ? ਸਰ ਇਹਦਾ ਕੋਈ ਹੱਲ ਹੋ ਸਕਦਾ? ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਸਰ ਜੀ, ਉਹ ਨਹੀਂ ਆਪਣੀ ਵਜ਼ੀਰ ਅੱਲਾ ਸਾਹਿਬਾ ਮਰੀਮ ਸਾਹਿਬ ਬਾਬਾ ਜੀ, ਤੇ ਉਹਨਾਂ ਨੇ ਜਿਹੜਾ ਤੰਦੂਰ ਜਿੱਥੇ ਟੁੱਟਿਆ ਜਾਣ ਦਾ ਡਰ ਹੋਏ ਨਾ ਉੱਥੇ ਬਹੁਤ ਵਾਰ ਹੋ ਜਾਓ ਸਰ ਜੀ। ਉਹ ਜਿਹੜੇ ਤੰਦੂਰਾਂ ਦੇ ਰੋਟੀਆਂ ਦੇ ਰੇਟ ਉਹਨਾਂ ਨੇ ਹਾਂਜੀ 16 ਰੁਪਏ ਦੀ ਰੋਟੀ। ਹਾਂ, ਤੇ ਉਹ ਕਿਤੇ ਵੀ ਭਲਾ ਉਹ ਸਰ ਸਿਆਲਕੋਟ ਦੇ ਚਾਂਦੀ ਤੰਦੂਰ ਸਰ ਉਹ ਤਲੀਸਵੀਂ ਟੋਪੀ ਪਾ ਕੇ ਤੰਦੂਰ ਲੱਭਣੇ ਪੈਂਦੇ ਨੇ। ਰੋਟੀ ਆਦੀ ਹੈ, ਕਦੀ ਇਤਫਾਕ ਹੋਇਆ? ਨਹੀਂ ਸਰ, ਮੈਂ ਤੇ 20-25 ਰੁਪਏ ਦੀ ਸਾਡੇ ਮਹੱਲੇ ਜਿਹੜੀ ਮਿਲਦੀ ਹੈਗੀ ਸਰ ਮੈਨੂੰ ਇਤਫਾਕ ਹੋਇਆ ਇੱਕ ਦੋ ਦਫਾ ਨਾ, ਮੈਂ ਤੰਦੂਰ ਦੇ ਜਿਹੜੇ ਸਿਟੀ ਤੋਂ ਥੋੜਾ ਜਿਹਾ ਮੇਨ ਤੰਦੂਰ ਨੇ ਨਾ ਸ਼ਹਿਰ ਦੇ ਵੱਡੇ ਨਾਂ ਜਿਹੜੇ ਨੇ ਉਹਨਾਂ ਕੋਲ ਚਲਾ ਗਿਆ ਤੇ ਉਹਨਾਂ ਨੂੰ ਮੈਂ ਪੁੱਛਿਆ, ਉਹਨਾਂ ਨੇ ਨਾਲ ਰੋਟੀ ਬੜੀ 16 ਰੁਪਏ ਦੀ ਦਿੱਤੀ। ਮੈਂ ਬੜਾ ਪਰੇਸ਼ਾਨ ਹੂੰ, ਰੋਟੀ ਚੁੱਕੀ ਸਰ ਇੰਜ ਲੱਗਦਾ ਮੈਂ ਟਿਸ਼ੂ 3 ਰੱਖੇ ਦੇ ਨੇ। ਯਕੀਨ ਕਰੋ ਰੋਟੀ ਰੱਖੀ ਦੀ ਸੀ ਤੇ ਟਿਸ਼ੂ ਤੇ ਰੇਟ ਕਿੰਨਾ ਸੀ? ਰੇਟ 16 ਰੁਪਏ ਸੀ। ਫੇਰ ਠੀਕ ਹੈ ਤੇ ਤੁਹਾਡਾ ਸਾਰਾ ਮੇਰੀ ਗੱਲ ਸੁਣੋ, ਸਰ ਜੀ ਇੱਕ ਸੇ ਚੋਪੜੀ ਦੀਆਂ ਤੋਂ ਦੋ 16 ਦੀ ਵੀ ਤੇ ਨਾਲ ਤੁਹਾਨੂੰ ਭਾਰੀ ਵੀ। ਤੁਸੀਂ ਗੱਲ ਪੇ ਕਰਦੇ ਹੋ, ਇਹ ਮੈਜਿਸਟਰੇਟ ਬਾਹਰ ਨਿਕਲਣੇ ਚਾਹੀਦੇ। ਮੈਜਿਸਟਰੇਟ ਬਾਹਰ ਨਿਕਲਣੇ ਚਾਹੀਦੇ। ਮੈਨੂੰ ਇਹ ਦੱਸੋ ਕਿ ਟੀਵੀ ਦੇ ਉੱਪਰ ਨੈਸ਼ਨਲ ਚੈਨਲਸ ਦੇ ਉੱਪਰ ਤੁਸੀਂ ਸ਼ੋਰ ਨਹੀਂ ਮਚਾਇਆ ਦਾ? ਬਹੁਤ ਮਚਾਉਂਦੇ। ਸਿਆਲਕੋਟ ਦੇ ਵਿੱਚ ਮਹਿੰਗਾਈ ਹੋ ਗਈ, ਪੰਜਾਬ ਨੂੰ ਤਾਂ ਛੱਡ ਦਿਓ ਜਨਾਬ, ਪੂਰੇ ਮੁਲਕ 'ਚ ਮਹਿੰਗਾਈ ਹੋ ਰਹੀ। ਅਸੀਂ ਸਿਆਲਕੋਟ 'ਚ ਬੈਠੇ ਤੇ ਅਸੀਂ ਸਿਆਲਕੋਟ ਦੀ ਗੱਲ ਕਰਨੀ, ਠੀਕ ਹੈ ਜੀ। ਇੱਥੇ ਆਏ ਦਿਨ ਅਸੀਂ ਖਬਰਾਂ ਚਲਾਣੇ ਪਿਆ। ਮੈਨੂੰ ਦੱਸੋ ਕਿਸੇ ਇੱਕ ਖਬਰ ਦੇ ਉੱਪਰ ਡੀਸੀ ਸਾਹਿਬ ਨੇ ਨੂੰ ਹਰਕਤ ਚਾਹੇ ਨੇ? ਨਹੀਂ ਆਏ। ਕਿਸੇ ਤੁਸੀਂ ਸਾਡੀ ਖਬਰ ਨੂੰ ਛੱਡ ਦਿਓ, ਤੁਸੀਂ ਖਬਰ ਦੇ ਉੱਪਰ ਹਰਕਤ। ਮੇਰੀ ਗੱਲ ਸੁਣੋ ਯਾਰ, ਬਤੌਰ ਡਿਪਟੀ ਕਮਿਸ਼ਨਰ ਸਿਆਲਕੋਟ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਜੀ। ਉਹਦੇ ਵਿੱਚ ਸਾਡਾ ਵੀ ਕਸੂਰ ਹੈ। ਅਸੀਂ ਐਡੇ ਲੋਕ ਹੋ ਗਏ ਦੇ ਆ, ਅਸੀਂ ਰੇਟ ਪੁੱਛਨੇ ਆ ਤੇ ਪੈਸੇ ਦੇ ਦਿੰਦੇ ਆ। ਅਸੀਂ ਨਹੀਂ ਗੱਲ ਕਰਦੇ। ਮੇਰੀ ਗੱਲ ਸੁਣੋ ਸਰ, ਇਹ ਤਰੀਕ ਦੇਖੋ, ਅਸੀਂ ਜਾ ਕੇ ਨੇ ਇਹ ਕਿਲੋ ਫਲਾਣੀ ਚਾਹ ਦੇ ਦੇ, ਕਿਲੋ ਫਲਾਣੀ ਚਾਹ ਤੇ ਫਲਾਣੀ ਚਾਹ ਦੇ ਦੇ, ਕਿੰਨੇ ਪੈਸੇ ਨਹੀਂ ਐਲ ਹੈ, ਉਹਨੂੰ ਰੇਟ ਪੁੱਛਦੇ ਹੀ ਨਹੀਂ ਅਸੀਂ। ਤੇ ਅਸੀਂ ਪੁੱਛ ਲਈਏ ਸਰ ਮੈਨੂੰ ਇੱਕ ਗੱਲ ਦੱਸੋ, ਉਹ ਸਾਨੂੰ ਕਹਿੰਦੇ ਕਿ ਜੀ ਅਸੀਂ ਕੀ ਕਰਾਂਗੇ? ਅਰੇ ਸਰ ਇੱਕ ਗੱਲ ਦੱਸੋ, ਬਿਲਾਲ ਸਾਹਿਬ ਅਸੀਂ ਖਰੀਦ ਕੇ ਆਵਾਂਗੇ। ਸਾਡੀ ਗੱਲ ਸੁਣੋ,
ਮੈਨੂੰ ਇਹ ਦੱਸੋ ਕਿ ਇਹ ਪ੍ਰਾਈਸ ਕੰਟਰੋਲ ਮੈਜਿਸਟ੍ਰੇਟ ਜਿੰਨੇ ਵੀ ਨੇ ਇਹ ਸਾਰੇ ਅੰਡਰ ਆਉਂਦੇ ਨੇ ਡੀਸੀ ਸਾਹਿਬ DC ਸਾਹਿਬ ਦੇ। ਦੇ। ਇਹ ਜਿੰਨਾ ਖੁਦ ਸਾਥ ਮਹਿੰਗਾਈ ਹੁੰਦੀ ਹੈ ਡੀਸੀ ਸਾਹਿਬ ਕੰਟਰੋਲ ਕਰ ਸਕਦੇ ਨੇ ਜੇ ਚਾਹਣ ਤੇ। ਬਿਲਕੁਲ ਹੋ ਸਕਦੀ ਹੈ, ਤੇ ਸਾਡੀ ਆਵਾਮ ਜਿਹੜੀ ਹੈ ਉਹ ਸਰ ਬਲਾਲ ਸਾਹਿਬ ਵਾਲੀ ਗੱਲ ਠੀਕ ਹੈਗੀ ਹੈ ਕਿ ਤੰਦੂਰ ਤੇ ਮੈਂ ਵੀ ਗਿਆ ਨਾ 5 ਰੁਪਏ ਦੀ ਰੋਟੀ ਜਾਂ 20 ਰੁਪਏ ਦੀ ਜੇ ਦਿੱਤੀ ਹੈ, ਮੈਂ ਬਿਲਕੁਲ ਕੋਈ ਉਹਨਾਂ ਬੌਦਰ ਨਹੀਂ ਕੀਤਾ, ਉਹਨਾਂ ਇhtਜਾਜ ਨਹੀਂ ਸਰ ਅਸੀਂ ਪੁੱਛਦੇ ਨਹੀਂ, ਅਸੀਂ 20 ਰੁਪਏ ਫੜਾ ਪੁੱਛਦੇ ਨਹੀਂ। ਅੱਛਾ ਸਰ ਮੈਨੂੰ ਇਹ ਗੱਲ ਕਰਨ ਦਾ ਐਡੀ ਲੰਮੀ ਗੱਲ ਕਰਨ ਦਾ ਮਕਸਦ ਹੈ ਵੇ ਕਿ ਸਾਨੂੰ ਵੈਸੇ ਡਿਪਟੀ ਕਮਿਸ਼ਨਰ ਸਾਹਿਬ ਦਾ ਕੋਈ ਪਰਸਨਲ ਨੰਬਰ ਨਹੀਂ ਦੇ ਦੇਣਾ ਚਾਹੀਦਾ ਥੱਲੇ, ਜਿਹੜੀ ਆਵਾਮ ਨੂੰ ਕੋਈ ਮਸਲਾ ਹੋਏ ਸਾਹਿਬ ਨਾਲ ਗੱਲ ਕਰੋ ਜੀ, ਕਿਉਂਕਿ ਇਹ ਤੇ ਆਵਾਮੀ ਨੁਮਾਇੰਦੇ ਨੇ ਨਾ ਸਰ। ਅਵਾਮੀ ਨੁਮਾਇੰਦੇ ਹੈ ਨੇ, ਡਿਪਟੀ ਕਮਿਸ਼ਨਰ ਸਾਹਿਬ ਦਾ ਨੰਬਰ ਜਿਹੜਾ ਨਾ ਉਹ ਉਹਨਾਂ ਦੇ ਆਪਣੇ ਜਿਹੜਾ ਸਿਆਲਕੋਟ ਦਾ ਜਿਹੜਾ ਉਹਨਾਂ ਦਾ ਪੇਜ ਬਣਿਆ ਦਾ ਨਾ ਡੀਸੀ ਸਿਆਲਕੋਟ ਦਾ, ਉਹਦੇ ਉੱਪਰ ਵੀ ਲਿਖਿਆ ਦਾ। ਉਸ ਨੰਬਰ ਦੇ ਉੱਪਰ ਤੁਸੀਂ ਹੁਣ ਬੈਠੇ ਮੈਸੇਜ ਕਰ ਲਓ, ਨਾ ਤਾਂ ਤੁਹਾਡੇ ਮੈਸੇਜ ਦਾ ਰਿਪਲਾਈ ਡੀਸੀ ਸਾਹਿਬ ਕਰਨਗੇ ਤੇ ਆਮ ਆਦਮੀ ਨੂੰ ਸਰ ਉਹਨਾਂ ਨੇ ਕਿੱਥੇ ਪੁੱਛਣਾ ਹੈ। ਤੁਸੀਂ ਪੇ ਗੱਲ ਕਰਦੇ ਹੋ ਕਿ ਜੀ ਡੀਸੀ ਸਾਹਿਬ ਦਾ ਨੰਬਰ ਦੇ ਦਿਓ ਜਾਂ ਇਹ ਕਰ ਦਿਓ ਉਹ ਕਰ ਦਿਓ, ਡੀਸੀ ਸਾਹਿਬ ਦਾ ਨੰਬਰ ਦੇਣ ਦਾ ਕੀ ਫਾਇਦਾ? ਕਿ ਡਿਪਟੀ ਕਮਿਸ਼ਨਰ ਸਿਆਲਕੋਟ ਨੂੰ ਆਪਣੇ ਫਰਾਈਜ਼ ਦਾ ਨਹੀਂ ਪਤਾ? ਉਹਨਾਂ ਨੂੰ ਪਤਾ ਹੈ ਕਿ ਯਾਰ ਮੇਰੀ ਜ਼ਿੰਮੇਵਾਰੀ ਹੈ, ਮੈਂ ਇਹਨਾਂ ਦੇ ਰੇਟ ਕੰਟਰੋਲ ਕਰਨੇ ਨੇ, ਮੈਂ ਆਪਣੇ ਪ੍ਰਾਈਸ ਸਾਰੇ ਬੜੇ ਆਰਾਮ ਦੇ ਨਾਲ ਕੰਟਰੋਲ ਚੈੱਕ ਕਰਾ, ਉਹਨਾਂ ਕੋਲ ਖਾਤੇ ਬੜੇ ਲਵਾ ਆਰਾਮ ਦੇ ਨਾਲ ਕੰਟਰੋਲ ਹੋ ਸਕਦੇ ਨੇ ਸ਼ਾਹ ਜੀ। ਤੁਸੀਂ ਵੇਖੋ ਸਰ, ਤੁਸੀਂ ਕੰਟਰੋਲ ਨਹੀਂ ਹੋ ਸਕਦੇ। ਅਸੀਂ ਆਪਣੇ ਸ਼ਹਿਰ ਦੀ ਗੱਲ ਕਰਨੇ ਆ, ਲਾਈ ਬਾਜ਼ਾਰ ਦੇ ਵਿੱਚ ਰੇਟ ਹੋ ਰਹੇ, ਠੀਕ ਹੈ, ਹਾਜੀਪੁਰੇ ਦੇ ਵਿੱਚ ਰੇਟ ਹੋ ਰਹੇ, ਕੈਂਟ ਦੇ ਵਿੱਚ ਰੇਟ ਹੋ ਰਹੇ, ਮਾਲਟਾਊਨ ਦੇ ਵਿੱਚ ਰੇਟ ਹੋ ਰਹੇ। ਕੌਣ ਕੰਟਰੋਲ ਕਰਨਾ? ਇਹ ਪ੍ਰਾਈਸ ਕੰਟਰੋਲਰ ਜਿਹੜੇ ਨੇ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਜਦੋਂ ਇਹ ਚੈੱਕ ਐਂਡ ਬੈਲੈਂਸ ਰੱਖਣ, ਇਹਨਾਂ ਨੂੰ ਪਤਾ ਹੈ, ਆਵਾਮ ਨੂੰ ਪਤਾ ਹੈ ਕਿ ਸਾਡੇ ਜਿਹੜਾ ਨਾ ਉਹ ਵੇਖਣ ਦੇ ਨੇ ਲੋਕ, ਸਾਡੇ ਉੱਤੇ ਜਿਹੜੇ ਅਫਸਰ ਨੇ ਸਾਡਾ ਧਿਆਨ ਰੱਖਦੇ ਨੇ ਪਏ, ਤੇ ਮੇਰਾ ਖਿਆਲ ਨਹੀਂ ਕਹਿੰਦਾ ਕਿ ਸਰ ਮੈਂ ਤੁਹਾਡੀ ਗੱਲ ਨਾਲ ਇਤਫਾਕ ਨਹੀਂ ਕਰਦਾ। ਮੈਨੂੰ ਇੱਕ ਗੱਲ ਦੱਸੋ ਯਾਰ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਰਿਪੋਰਟਰ ਹੋ, ਤੁਹਾਨੂੰ ਪਤਾ ਹੈ ਕਿ ਸਿਆਲਕੋਟ ਦੇ ਮਸਾਇਲ ਕੀ ਨੇ? ਬਿਲਕੁਲ ਹੈ। ਰਿਪੋਰਟਰ ਹੋ ਕੇ ਤੁਹਾਨੂੰ ਪਤਾ ਹੈ, ਤੇ ਕਿਆ ਜ਼ਿਲ੍ਹੇ ਦੇ ਸਰਬਰਾਹ ਨੂੰ ਨਹੀਂ ਪਤਾ? ਜ਼ਿਲ੍ਹੇ ਦੇ ਸਰਬਰਾਹ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੈੱਕ ਕਰੇ, ਉਹਨੇ ਚੈੱਕ ਹੀ ਨਹੀਂ ਕਰਨਾ ਭਾਈ। ਹਜ਼ੂਰ ਹੈ ਹੀ ਤੇ ਮੈਂ ਤੇ ਗੱਲ ਕਰਨਾ ਪਿਆ ਉਹ ਸਬਜ਼ੀਆਂ ਦੇ ਰੇਟਾਂ ਨੂੰ, ਉਹ ਸਬਜ਼ੀਆਂ ਦੇ ਰੇਟਾਂ ਨੂੰ ਬਣਾਉਂਦੇ ਪਿਓ। ਇੱਥੇ ਦੇ ਕਰਪਟ ਜਿਹੜੇ ਅਫਸਰਾਂ ਨੇ ਉਹਨਾਂ ਦੇ ਵੀ ਰੇਟ ਉਹ ਸਰ ਹੁੰਦਾ ਕੀ ਹੈ? ਸਰ ਹੁੰਦਾ ਕੀ ਹੈ? ਆਪਣੇ ਰੇਟ ਨੇ ਸਾਰਿਆਂ ਦੇ। ਰੇਟ ਛੱਡੋ ਹਾਂ ਤੁਸੀਂ। ਇੱਕ ਮੈਜਿਸਟ੍ਰੇਟ ਸਾਹਿਬ ਬਾਜ਼ਾਰ ਜਾਂਦੇ ਨੇ, ਉਹ 4-5 ਦੁਕਾਨਾਂ ਨੂੰ ਜੁਰਮਾਨਾ ਕਰਦੇ ਨੇ ਔਰ ਆਪਣੀ ਰਿਪੋਰਟ ਫਾਈਲ ਕਰ ਦਿੰਦੇ ਕਿ ਜੀ ਮੈਂ ਅੱਜ 20000 ਰੁਪਏ ਜੁਰਮਾਨਾ ਕਰਦਾ, ਉਹਦਾ ਖਾਤਾ ਕਲੋਜ਼ ਹੋ ਗਿਆ। ਠੀਕ ਹੈ, 2 ਦਿਨ ਬਾਅਦ 3 ਦਿਨ ਬਾਅਦ ਉਹਨੇ ਫਿਰ ਜਾ ਕੇ 2-3 ਦੁਕਾਨਦਾਰ ਨੂੰ ਜੁਰਮਾਨੇ ਕਰਨੇ ਨੇ, ਖਾਤਾ ਮੁੱਕ ਜਾਣਾ ਹੈ। ਸਰ ਅਗਰ ਡੇਲੀ ਬੇਸਿਸ ਦੇ ਉੱਪਰ ਇੰਤਜ਼ਾਮੀਆ ਹਰਕਤ ਚਾਹੇ, ਗੱਲ ਸੁਣੋ ਤੁਹਾਨੂੰ ਮਜ਼ੇ ਦੀ ਗੱਲ, ਟੈਂਪਰੇਚਰ ਦੇ ਵਿੱਚ ਕੌਣ ਅਫਸਰ ਬਾਹਰ ਨਿਕਲਦਾ ਜੇ? ਸਰ ਦੀ ਗੱਲ ਸੁਣੋ, ਗੱਲ ਸੁਣੋ, ਉਹ ਮੈਨੂੰ ਇੱਕ ਗੱਲ ਦੱਸੋ। ਅਸੀਂ ਮੇਰੀ ਗੱਲ ਸੁਣੋ, ਸਾਨੂੰ ਤਾਂ ਮਜਬੂਰੀ ਹੈ ਨਾ ਨਿਕਲਣਾ, ਸਹੀ ਤਾਂ ਆਵਾਮ ਦੀ ਸੇਵਾ ਕਰਨੀ। ਹੁਣ ਵੇਖੋ ਮੇਰੀ ਗੱਲ ਸੁਣੋ, ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਮੇਰੀ ਸੇਵਾ ਕਰਨੀ, ਉਹ ਨਿਕਲਦਾ। ਮਜ਼ੇ ਦੀ ਗੱਲ ਸੁਣ ਲਓ, ਤੁਹਾਨੂੰ ਦੋਵਾਂ ਨੂੰ ਮਜ਼ਾ ਆ ਜਾਏਗਾ ਸਰ। ਆਹੋ ਸਰ ਜੀ, ਉਹ ਜਿਹੜੀਆਂ ਇਹਨਾਂ ਨੇ ਲਿਸਟਾਂ ਲਾਈਆਂ ਹੁੰਦੀਆਂ ਨੇ ਪ੍ਰਾਈਸ ਦੀਆਂ, ਉਹ ਮਤਲਬ ਡੀਸੀ ਸਾਹਿਬ ਨੂੰ ਲੱਭਦਾ ਪਿਆ, ਉੱਤੇ ਲਿਖ ਕੇ ਭੇਜ ਛੱਡਦੇ ਨੇ, ਡੀਸੀ ਸਾਹਿਬ ਵੱਲੋਂ ਜਾਰੀ ਹੁੰਦੀ ਹੈ। ਜੀ ਮਾਰਕੀਟ ਕਮੇਟੀ ਜਾਰੀ ਕਰਦੀ। ਮਟਨ ਕਿੰਨੇ ਦਾ? 1300 ਰੁਪਏ ਜਾਂ 1600 ਰੁਪਏ ਕਿਲੋ। 2500 ਰੁਪਏ ਵਿਕਦਾ। 2500 ਰੁਪਏ ਵਿਕਦਾ। ਅਸੀਂ ਵੀ ਲਿਆਉਂਦੇ, ਮੈਂ 2500 ਦਾ ਵਿਕਦਾ। ਲਿਸਟ ਤੇ ਵੀ ਇੰਪਲੀਮੈਂਟੇਸ਼ਨ ਨਹੀਂ ਹੁੰਦਾ, ਕਿਉਂ ਨਹੀਂ ਸਰ ਨਹੀਂ, ਇਹੀ ਤਾਂ ਵਜ੍ਹਾ ਸਾਡੇ ਪ੍ਰਾਈਸ ਕੰਟਰੋਲ ਸਾਡੇ ਵਿਕ ਜਾਂਦੇ। ਓਏ ਇਹੀ ਤੇ ਸਿਆਪਾ ਕਰਨੇ ਆ ਵੀ ਸਰ ਤੁਸੀਂ ਕਿਉਂ ਨਹੀਂ ਹੁੰਦਾ ਪਿਆ? ਭਾਈਜਾਨ ਜਦੋਂ ਤੱਕ ਆਮ ਸ਼ਹਿਰੀ ਆਪਣੇ ਹੱਕ ਵਾਸਤੇ ਖੜਾ ਨਹੀਂ ਨਾ ਹੋਏਗਾ, ਦੇਖੋ ਸਾਡਾ ਕੰਮ ਹੈ ਬਤੌਰ ਰਿਪੋਰਟਰ ਰੋਲਾ ਪਾਣਾ। ਅਸੀਂ ਆਵਾਮੀ ਮਸਾਇਲ ਉੱਪਰ ਬੋਲਦੇ ਰਹਿੰਦੇ ਆ ਭਾਈਜਾਨ। ਇਹ ਮਾਮਲਾਤ ਉਦੋਂ ਠੀਕ ਹੁੰਦੇ ਨੇ ਜਦੋਂ ਆਮ ਸ਼ਹਿਰੀ ਆਪਣੇ ਹੱਕ ਵਾਸਤੇ ਆਵਾਜ਼ ਬੁਲੰਦ ਕਰਦਾ ਹੈ। ਬਦਕਿਸਮਤੀ ਦੇ ਨਾਲ ਆਮ ਸ਼ਹਿਰੀ ਆਪਣੇ ਹੱਕ ਇਨਕਲਾਬ ਸਰ, ਇਨਕਲਾਬ ਤੁਸੀਂ ਪ੍ਰੋਗਰਾਮ ਕਰਦੇ ਹੋ, ਰਿਕਾਰਡਿੰਗ ਕਰਦੇ ਹੋ, ਬਾਹਰ ਜਾਂਦੇ ਹੋ, ਲੋਕਾਂ 'ਚ ਪਬਲਿਕ ਦੇ ਵਿੱਚ ਜਾਂਦੇ ਹੋ, ਪ੍ਰੋਗਰਾਮ ਕਰਦੇ ਹੋ, ਤੁਸੀਂ ਕਿਸੇ ਸ਼ਹਿਰੀ ਦਾ ਦੇ ਕੇ ਮਾਈਕ ਕਰਦੇ ਹੋ ਕਿ ਯਾਰ ਦੱਸ ਕੀ ਕਹਿਣਾ ਚਾਹਨਾ ਹੈ, ਉਹ ਕਹਿੰਦੇ ਯਾਰ ਕਹਿਣ ਦਾ ਫਾਇਦਾ ਕੋਈ ਨਹੀਂ। ਸਰ ਜੀ ਭਾਈ ਜਦੋਂ ਉਹਨੇ ਆਪਣੇ ਹੱਕ 'ਚ ਲਈ ਸਾਡੀ ਆਵਾਮ ਖਲੋਤੀ ਕਦੋਂ? ਸਾਡੀ ਆਵਾਮ ਖਲੋਤੀ ਕਦੋਂ ਜੇ? ਸਾਡੀ ਕਦੋਂ ਆਵਾਮ ਖਲੋਤੀ ਆਪਣੇ ਹੱਕ ਤੇ? ਲਾਸਟ ਤੇ ਮੈਨੂੰ ਇਹ ਦੱਸੋ ਕਿ ਕੋਈ ਮਤਲਬ ਕੋਈ ਹੱਲ ਨਹੀਂ, ਕੋਈ ਹੱਲ ਵੀ ਤੇ ਦੱਸੋ ਨਾ ਤੁਹਾਡੇ। ਸਰ ਦੇਖੋ, ਆਵਾਮ ਆਪਣੇ ਹੱਕ ਵਾਸਤੇ ਬੋਲੇਗੀ ਤੇ ਗੱਲ ਟੁੱਟੇਗੀ ਨਾ। ਜਦੋਂ ਇੱਕ ਦੂਜਾ ਬਲਾਲ ਪਿਆ ਕਹਿੰਦੇ ਜੀ ਅਸੀਂ ਜਾਂਦੇ ਆ ਦੁਕਾਨਦਾਰ ਨੂੰ ਪੈਸੇ ਦਿੰਦੇ ਆ, ਚੀਜ਼ ਲੈਣੇ ਆ, ਜਦੋਂ ਅਸੀਂ ਆਮ ਆਦਮੀ ਨਹੀਂ ਬੋਲਦਾ, ਦੁਕਾਨਦਾਰ ਦੀ ਜ਼ਰੂਰਤ ਪੈਂਦੀ ਹੈ। ਦੇਖੋ ਅਗਰ ਅਸੀਂ ਹੁਣ ਇੰਤਜ਼ਾਮੀਆ ਨੰਬਰ ਜਾਰੀ ਕਰਦੀ ਪਈ ਹੈ ਬਈ, ਅਗਰ ਅਸੀਂ ਆਪਣੇ ਗਲੀ ਮਹੱਲੇ ਦੇ ਵਿੱਚ ਸਾਨੂੰ ਮੂੰਹ ਵੀ ਮਾਰਦਾ ਹੈ ਨਾ, ਜਿਵੇਂ ਪਿਛਲੇ ਪ੍ਰੋਗਰਾਮ ਤੁਸੀਂ ਗੱਲ ਕਰਦੇ ਹੋ ਕਿ ਸਾਡੀਆਂ ਸਾਨੂੰ ਮੂੰਹ ਮਾਰਦਾ, ਸਾਨੂੰ ਕਿਸੇ ਦਾ ਧਿਆਨ ਰੱਖਣਾ ਪੈਂਦਾ ਹੈ। ਭਾਈ ਜਾਨ ਜਦੋਂ ਅਸੀਂ ਚੀਜ਼ ਮਹਿੰਗੀ ਖਰੀਦਨੇ ਆ, ਜਦੋਂ ਅਸੀਂ ਉਹਦੀ ਸ਼ਿਕਾਇਤ ਹੀ ਨਹੀਂ ਕਰਦੇ ਪਏ ਕਿ ਜਨਾਬ ਤੁਸੀਂ ਸਰਕਾਰੀ ਰੇਟ ਹੈ ਦਿੱਤਾ ਦਾ, ਡੀਸੀ ਸਾਹਿਬ, ਏਸੀ ਸਾਹਿਬ, ਏਡੀਸੀ ਸਾਹਿਬ, ਤੁਸੀਂ ਸਰਕਾਰੀ ਰੇਟ ਹੈ ਦਿੱਤਾ ਦਾ, ਪ੍ਰਾਈਸ ਕੰਟਰੋਲ ਮੈਜਿਸਟ੍ਰੇਟ ਦੀ ਲਿਸਟ ਤੁਹਾਡੇ ਕੋਲ ਮੌਜੂਦ ਹੈ, ਉਹਨੂੰ ਮੁਤਲਕਾ ਬੰਦੇ ਨੂੰ ਕਾਲ ਕਰੂਗਾ ਯਾਰ ਮੈਂ ਫਲਾਣੀ ਜਗ੍ਹਾ ਦੇ ਉੱਪਰ ਖੜਾ, ਇਸ ਰੇਟ ਦੇ ਉੱਪਰ ਮੈਨੂੰ ਚੀਜ਼ ਮਿਲਦੀ। ਸਰ ਉਹ ਇੱਕ ਕਾਲ ਤੇ ਆ ਜਾਏਗਾ, ਇੱਕ ਬੰਦੇ ਨੂੰ ਜੁਰਮਾਨਾ ਕਰ ਦੇਗਾ ਤੁਹਾਡੀ ਕਾਲ ਦੇ ਉੱਤੇ। ਅੱਛਾ ਲਾਸਟ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਮਤਲਬ ਹਰ ਬੰਦਾ ਇਹੀ ਕਹਿੰਦਾ ਉਹ ਫਲਾਣਾ ਵਜ਼ੀਰ ਆਜ਼ਮ ਚੋਰ ਹੈ, ਵਜ਼ੀਰ ਅੱਲਾ ਚੋਰ ਹੈ, ਫਲਾਣਾ ਅਫਸਰ ਚੋਰ ਹੈ। ਸਾਡੇ ਇੱਥੇ ਕੀ ਹੁੰਦਾ, ਮੁਰਗੀ ਸੀ 700-800 ਰੁਪਏ ਕਿਲੋ, ਲੈਗ ਪੀਸ ਇਹਨਾਂ ਨੇ ਕਰ ਛੱਡਿਆ ਬਾਰਬੀਕਿਊ ਵਾਲਾ ਨੇ 300-400 ਰੁਪਏ ਦਾ, ਮੁਰਗੀ ਹੋ ਗਈ 400 ਰੁਪਏ ਕਿਲੋ।
ਰੇਟ ਵੀ ਉੱਥੇ ਅੱਜ ਵੀ ਉੱਥੇ ਹੁੰਦੀ ਰੇਟ ਉੱਥੇ ਹੀ। ਇਹ ਕੌਣ ਇੰਪਲੀਮੈਂਟੇਸ਼ਨ ਕਰਵਾਏਗਾ? ਇਹ ਕਿਹਦੀ ਡਿਊਟੀ ਹੈ? ਕਿਸੇ ਦੀ ਵੀ ਨਹੀਂ ਭਾਈ, ਕਿਸੇ ਨੇ ਆਪਣਾ ਕੰਮ ਨਹੀਂ ਕਰਨਾ, ਸਾਰਾ ਜੰਗਲ ਦਾ ਕਾਨੂੰਨ। ਠੀਕ ਹੈ, ਕਿਸੇ ਨੇ ਆਪਣਾ ਕੰਮ ਨਹੀਂ ਕਰਨਾ, ਕਿਸੇ ਜੰਗਲ ਦਾ ਸਰਕਾਰੀ ਕਾਨੂੰਨ। ਅਫਸਰ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਨੀ। ਇਹ ਜਿਹੜਾ ਤੁਸੀਂ ਪ੍ਰੋਗਰਾਮ ਦਾ ਨਾਮ ਦੱਸਿਆ ਸੀ ਨਾ ਪਿੱਟ ਸਿਆਪਾ, ਇਹ ਪਿੱਟ ਸਿਆਪਾ ਤੁਸੀਂ ਚੰਦ ਦਿਨਾਂ ਬਾਅਦ ਦੁਬਾਰਾ ਫਿਰ ਇੱਥੇ ਬੈਠ ਕੇ ਇਹੀ ਕਰਦੇ ਹੋਣਾ, ਫਿਰ ਤੁਸੀਂ ਇਹ ਪੁੱਛਣਾ ਕਿ ਯਾਰ ਇਹਦਾ ਹੱਲ ਕੀ ਹੈ? ਭਾਈ ਜਾਨ ਹੱਲ ਕੋਈ ਵੀ ਨਹੀਂ, ਕਿਉਂਕਿ ਮੈਂ ਬਾਹਰ ਹੀ ਨਹੀਂ ਨਿਕਲਣਾ। ਬਈ ਮੈਂ ਚੀਜ਼ ਖਰੀਦ ਕੇ ਲੈ ਰਿਹਾ ਤਾਂ ਮੇਰੇ ਨੂੰ ਭਾਵੇਂ ਮਹਿੰਗੀ ਮਿਲੇ ਸਸਤੀ ਮਿਲੇ ਮੇਰੇ ਘਰ ਆਂਦੀ ਪਈ ਕਸਮਾਂ ਨੂੰ ਖਾਓ। ਇਹੀ ਤੇ ਗੱਲ ਏ ਸਫੇਦਪੋਸ਼ ਤਬਕਾ ਜਿਹੜਾ ਇਹਦੇ ਚ ਮਰਦਾ ਪਿਆ ਜਨਾਬ। ਇੱਥੇ ਸਾਡੇ ਦੋਵੇਂ ਮਹਿਮਾਨ ਰੂਸੀ ਪੁਪੀਆ ਰੁੱਸ ਗਏ ਨੇ, ਮਤਲਬ ਇਹਨਾਂ ਦਾ ਇਹ ਨਹੀਂ ਕਹਿਣਾ ਕਿ ਇਸ ਮਾਮਲੇ ਦਾ ਕੱਖ ਵੀ ਨਹੀਂ ਬਣ ਸਕਦਾ। ਤੇ ਕੈਸੀ ਗੱਲ ਤੇ ਫਿਲਹਾਲ ਜਿੰਨੀ ਦੇਰ ਤੱਕ ਤੁਸੀਂ ਖੁਦ ਆਪਣੇ ਹੱਕ ਵਾਸਤੇ ਨਹੀਂ ਖਲੋਵੋਗੇ, ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਤੇ ਤੁਹਾਨੂੰ ਚਾਹੀਦਾ, ਆਵਾਮ ਨੂੰ ਚਾਹੀਦਾ, ਜਿੱਥੇ ਤੁਹਾਡੇ ਨਾਲ ਜ਼ਿਆਦਤੀ ਹੋ ਰਹੀ ਹੋਏ ਉੱਥੇ ਖਲੋ ਜਾਓ, ਆਪਣੇ ਹੱਕ ਵਾਸਤੇ ਤੇ ਕਮ ਸੇ ਕਮ ਖਲੋ ਜਾਓ। ਤੇ ਮੈਨੂੰ ਇੱਥੇ ਹਾਜਾ ਮੁਹੰਮਦ ਆਸਿਫ ਸਾਹਿਬ ਦਾ ਸਰ ਉਹ ਯਾਦ ਆ ਗਿਆ ਕਿ ਕੋਈ ਸ਼ਰਮ ਹੋਤੀ ਹੈ, ਕੋਈ ਹਯਾ ਹੋਤੀ ਹੈ, ਲੇਕਿਨ ਮੈਂ ਡੀਸੀ ਸਾਹਿਬ ਨੂੰ ਇਹ ਨਹੀਂ ਕਹਾਂਗਾ, ਕਿਉਂਕਿ ਤੁਹਾਨੂੰ ਪਤਾ ਹੀ ਮੇਰੇ ਨਾਲ ਮੈਂ ਤੁਹਾਨੂੰ ਤੇ ਨਹੀਂ ਦਾਅ ਤੇ ਲਾਣਾ। ਤੇ ਸਰ ਜੀ ਡੀਸੀ ਸਾਹਿਬ ਅੱਗੇ ਲੇਕਿਨ ਰਿਕੁਐਸਟ ਕਰ ਸਕਦੇ ਹਾਂ ਕਿ ਇਸ ਮਾਮਲੇ ਨੂੰ ਦੇਖ ਕੇ ਜੇ ਤੁਹਾਡੇ ਤੱਕ ਇਨਫੋਰਮੇਸ਼ਨ ਆਉਂਦੀ ਹੈ ਸਰ ਤੇ ਉਹਦੇ ਤੇ ਐਕਸ਼ਨ ਵੀ ਲਿਆ ਜਾ ਸਕਦਾ, ਤੇ ਤੁਸੀਂ ਲੈ ਸਕਦੇ ਹੋ, ਤੁਸੀਂ ਅਥਾਰਟੀ ਹੋ। ਤੇ ਜੇ ਨਹੀਂ ਲੈਂਦੇ ਤੇ ਫਿਰ ਇੰਤਹਾਈ ਸਹੀ ਬਿਲਕੁਲ, ਅਗਰ ਜਾਣ ਬੁੱਝ ਕੇ ਅਗਰ ਪਤਾ ਹੁੰਦਿਆਂ ਸੁਣਦਿਆਂ ਵੀ ਕੋਈ ਅਫਸਰ ਐਕਸ਼ਨ ਨਹੀਂ ਲੈਂਦਾ ਤੇ ਉਹਦੀ ਨਾਅਹਲੀ ਹੈ ਸਰ। ਆਵਾਮ ਨੂੰ ਵੀ ਆਪਣੇ ਹੱਕਾਂ 'ਤੇ ਖਲੋਣਾ ਚਾਹੀਦਾ ਹੈ। ਫਿਲਹਾਲ ਇਹ ਸਟੋਰੀ ਤੋਂ ਤੇ ਇਜਾਜ਼ਤ ਦਿਓ, ਇਨਸ਼ਾਅੱਲਾ ਪਿੱਟ ਸਿਆਪੇ ਦੇ ਅਗਲੇ ਪ੍ਰੋਗਰਾਮ ਦੇ ਨਾਲ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ, ਨਵਾਂ ਸਿਆਪਾ ਲਾਵਾਂਗੇ। ਤੇ ਮਜ਼ੀਦ ਅਗਰ ਕਿਸੇ ਦੇ ਨਾਲ ਕੋਈ ਜ਼ਿਆਦਤੀ ਕਰ ਰਿਹਾ ਹੈਗਾ, ਸਾਡੇ ਇਸ ਪ੍ਰੋਗਰਾਮ ਦੇ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ, ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਇਹ ਪ੍ਰੋਗਰਾਮ ਦੀ ਵਜ੍ਹਾ ਤੋਂ ਜਾਂ ਅਸੀਂ ਕਿਸੇ ਦੀ ਆਵਾਜ਼ ਬਣ ਸਕੀਏ। ਉਹ ਜਿਹੜਾ ਲੋਕੀ ਖੁਦ ਨਹੀਂ ਦੱਸ ਸਕਦੇ ਕਿਸੇ ਨੂੰ ਆਪਣੇ ਮਾਮਲਾ, ਅਸੀਂ ਉਹਨਾਂ ਦੀ ਜ਼ੁਬਾਨ ਬਣ ਕੇ ਤੁਹਾਡੇ ਤੱਕ ਅਗਾਈ ਦੇ ਸਕੀਏ। ਫਿਲਹਾਲ ਇਸ ਪ੍ਰੋਗਰਾਮ ਪਿੱਟ ਸਿਆਪਾ ਤੋਂ ਅਗਲੇ ਪਿੱਟ ਸਿਆਪਾ ਤੱਕ ਸਾਨੂੰ ਇਜਾਜ਼ਤ ਦਿਓ। ਆਪਣਾ ਖਾਸ ਖਿਆਲ ਰੱਖਿਓ ਤੇ ਸਾਨੂੰ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।